ਕੋਚਿੰਗ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਹਾਰਦਿਕ ਸਵਾਗਤ। ਦੋਸਤੋ, ਤੁਹਾਡਾ UGC ਨੈਟ ਦਾ ਪੇਪਰ ਬਹੁਤ ਜ਼ਿਆਦਾ ਨਜ਼ਦੀਕ ਆ ਰਿਹਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ UGC ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਜੂਨ ਦੇ ਵਿੱਚ UGC ਨੈਟ ਦਾ ਪੇਪਰ ਲੈਣ ਜਾ ਰਹੇ ਆ ਤੇ ਜਲਦੀ ਤੁਹਾਡੇ ਤੋਂ ਐਪਲੀਕੇਸ਼ਨ ਫਾਰਮ ਮੰਗ ਲਏ ਜਾਣਗੇ। ਇਸ ਕਰਕੇ ਤੁਸੀਂ ਆਪਣੀ ਤਿਆਰੀ ਨੂੰ ਹੁਣੇ ਤੋਂ ਹੀ ਸੀਰੀਅਸ ਕਰਨਾ ਸ਼ੁਰੂ ਕਰ ਦੇਵੋ। ਮੈਂ ਆਸ ਕਰਦੀ ਹਾਂ ਕਿ ਤੁਸੀਂ ਵੀਡੀਓਜ਼ ਤੋਂ ਤਿਆਰੀ ਕਰਨ ਦੇ ਨਾਲ ਆਪਣੀਆਂ ਕਿਤਾਬਾਂ ਦੀ ਪੜ੍ਹਾਈ, ਆਪਣੀ ਰਿਵੀਜ਼ਨ ਕਰਕੇ ਵੀ ਆਪਣੀ ਤਿਆਰੀ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹੋਵੋਗੇ। ਤਾਂ ਕੱਲ੍ਹ ਜਿਵੇਂ ਅਸੀਂ ਅਰਸਤੂ ਦਾ ਵਿਰੇਚਨ ਸਿਧਾਂਤ ਪੜ੍ਹਿਆ ਸੀ, ਤਾਂ ਅੱਜ ਅਸੀਂ ਅਰਸਤੂ ਦਾ ਹੀ ਇੱਕ ਨਵਾਂ ਸਿਧਾਂਤ ਹੈ ਜਿਹੜਾ ਤੁਹਾਨੂੰ ਸਕਰੀਨ 'ਤੇ ਦਿਸ ਰਿਹਾ, ਅਨੁਕਰਨ ਸਿਧਾਂਤ, ਉਹਦੇ ਬਾਰੇ ਪੜ੍ਹਨ ਜਾ ਰਹੇ ਹਾਂ। ਤਾਂ ਕਈ ਵਾਰੀ ਸਾਨੂੰ ਕੋਈ ਸ਼ਬਦ ਦੇਖਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਵੱਡਾ ਮਹਿਸੂਸ ਹੁੰਦਾ, ਅਸਲ ਦੇ ਵਿੱਚ ਉਸਦੇ ਬਹੁਤ ਸਰਲ ਅਰਥ ਹੁੰਦੇ ਆ। ਬਿਲਕੁਲ ਇਸੇ ਤਰ੍ਹਾਂ ਹੀ ਅਨੁਕਰਨ ਸਿਧਾਂਤ ਵੀ ਬਹੁਤ ਸੌਖੀ ਜੀ ਇੱਕ ਸੰਕਲਪਨਾ ਹੈ ਜਿਸ ਨੂੰ ਕਿ ਅਸੀਂ ਇਸ ਵੀਡੀਓ ਦੇ ਵਿੱਚ ਪੂਰਾ ਸਮਝਾਂਗੇ। ਤਾਂ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਓ। ਤਾਂ ਅਨੁਕਰਨ ਦਾ ਸ਼ਾਬਦਿਕ ਅਰਥ ਜਿਵੇਂ ਤੁਹਾਡੀ ਸਕਰੀਨ 'ਤੇ ਤੁਹਾਨੂੰ ਦਿਸ ਰਿਹਾ ਹੈ ਕਿ ਅਨੁਕਰਨ ਦਾ ਸ਼ਾਬਦਿਕ ਅਰਥ ਹੁੰਦਾ ਹੈ ਕਿਸੇ ਅਸਲੀ ਵਸਤੂ ਦੀ ਨਕਲ ਕਰਨਾ। ਜਿਸ ਤਰ੍ਹਾਂ ਕਿ ਕੋਈ ਘੋੜੇ ਨੂੰ ਵੇਖ ਕੇ ਉਸ ਦਾ ਚਿੱਤਰ ਬਣਾ ਦਿੰਦਾ ਹੈ ਕੋਈ ਚਿੱਤਰਕਾਰ, ਜਾਂ ਕਿਸੇ ਮੇਜ਼ ਨੂੰ ਵੇਖ ਕੇ ਉਸ ਦਾ ਚਿੱਤਰ ਅਸੀਂ ਬਣਾ ਦਿੰਦੇ ਹਾਂ, ਜਾਂ ਕੁਦਰਤ ਦੇ ਜਿਹੜੇ ਵੀ ਦ੍ਰਿਸ਼ ਸਾਡੇ ਸਾਹਮਣੇ ਰੁੱਖਾਂ, ਪੌਦੇ, ਪੰਛੀਆਂ ਦੇ ਆਉਂਦੇ ਉਸ ਨੂੰ ਵੇਖ ਕੇ ਚਿੱਤਰ ਬਣਾ ਦਿੰਦੇ ਆ ਜਾਂ ਕਵਿਤਾ ਲਿਖ ਦਿੰਦੇ ਆ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਉਸ ਦੀ ਅਸੀਂ ਅਨੁਕਰਨ ਕਰਕੇ, ਨਕਲ ਕਰਕੇ ਰਚਨਾ ਕੀਤੀ ਹੈ। ਪਰ ਸਾਡੇ ਲਈ ਇੱਕ ਗੱਲ ਯਾਦ ਰੱਖਣ ਯੋਗ ਹੈ, ਸਾਹਿਤ ਦੇ ਸਟੂਡੈਂਟ ਹੋਣ ਦੇ ਨਾਤੇ ਸਾਨੂੰ ਪਤਾ ਹੈ ਕਿ ਕਵੀ ਅਤੇ ਕਲਾਕਾਰ ਸਿੱਧੀ ਨਕਲ ਨਹੀਂ ਕਰਦੇ, ਬਲਕਿ ਉਹਨਾਂ ਦੀ ਆਪਣੀ ਕਲਾਕਾਰੀ ਵੀ ਵਿੱਚ ਸ਼ਾਮਲ ਹੁੰਦੀ ਹੈ। ਹਰ ਬੰਦਾ ਤਾਂ ਨਕਲ ਕਰ ਵੀ ਨਹੀਂ ਸਕਦਾ, ਹਰ ਬੰਦਾ ਜਿਸ ਤਰ੍ਹਾਂ ਚਿੱਤਰਕਾਰ ਨਹੀਂ ਹੋ ਸਕਦਾ ਉਸ ਤਰ੍ਹਾਂ ਹਰ ਬੰਦਾ ਸਾਹਿਤਕਾਰ ਵੀ ਨਹੀਂ ਹੋ ਸਕਦਾ। ਤਾਂ ਇਸ ਤਰ੍ਹਾਂ ਅਸੀਂ ਜਾਣਾਂਗੇ ਕਿ ਅਨੁਕਰਨ ਸ਼ਬਦ ਜਿਹੜਾ ਉਹ ਸਾਡੇ ਕੋਲ ਆਇਆ ਕਿੱਥੋਂ ਆ। ਤਾਂ ਇਹ ਗ੍ਰੀਕ ਲੈਂਗੁਏਜ, ਕਿਉਂਕਿ ਸਭ ਤੋਂ ਪਹਿਲਾਂ ਇਹ ਪਲੈਟੋ ਨੇ ਸ਼ਬਦ ਵਰਤਿਆ ਸੀ, ਅਤੇ ਪਲੈਟੋ ਜਿਹੜੇ ਆ ਉਹ ਯੂਨਾਨ ਦੇ ਮਹਾਨ ਦਾਰਸ਼ਨਿਕ ਹੋਏ ਹੈ ਅਤੇ ਨਾਲ ਦੀ ਨਾਲ ਉਹ ਅਰਸਤੂ ਦੇ ਗੁਰੂ ਵੀ ਹੋਏ ਹੈ। ਅਰਸਤੂ ਉਹਨਾਂ ਦੇ ਬਹੁਤ ਫੇਵਰਟ ਸਟੂਡੈਂਟ ਰਹੇ ਹੈ, ਹਾਲਾਂਕਿ ਅਰਸਤੂ ਨੇ ਉਹਨਾਂ ਦੇ ਸਿਧਾਂਤਾਂ ਨੂੰ ਨਕਾਰਿਆ ਅਤੇ ਮੋੜਵੇਂ ਰੂਪ ਦੇ ਵਿੱਚ, ਨਵੇਂ ਰੂਪ 'ਚ ਸਾਨੂੰ ਪੇਸ਼ ਕੀਤਾ ਸਾਡੇ ਸਾਹਮਣੇ। ਉਸ ਤਰ੍ਹਾਂ ਗ੍ਰੀਕ ਲੈਂਗੁਏਜ ਦਾ ਸ਼ਬਦ ਹੈ ਜੀ ਮਿਮੇਮਸ, ਜਿਸ ਨੂੰ ਮੈਂ ਪੰਜਾਬੀ ਜਿਸ ਤਰ੍ਹਾਂ ਲਿਖਿਆ ਹੋਇਆ ਹੈ, ਕਈ ਵਾਰੀ ਪਿੱਛੇ ਜੱਜਾ ਪਾਇਆ ਵੀ ਮਿਲਦਾ ਹੈ। ਤਾਂ ਇਹ ਮਿਮੇਮਸ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਇਮੀਟੇਸ਼ਨ ਕਹਿੰਦੇ ਹਾਂ, ਤਾਂ ਅਰਸਤੂ ਦੇ ਅਨੁਕਰਨ ਸਿਧਾਂਤ ਨੂੰ ਅੰਗਰੇਜ਼ੀ ਦੇ ਵਿੱਚ ਦਾ ਥਿਊਰੀ ਆਫ ਇਮੀਟੇਸ਼ਨ ਕਿਹਾ ਜਾਂਦਾ ਹੈ। ਤਾਂ ਅਸੀਂ ਕਰ ਰਹੇ ਹਾਂ ਅੱਜ ਅਰਸਤੂ ਦਾ ਅਨੁਕਰਨ ਸਿਧਾਂਤ, ਪਰ ਉਸ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪਲੈਟੋ ਦੇ ਅਨੁਕਰਨ ਸਿਧਾਂਤ ਬਾਰੇ ਵੀ ਜਾਣੀਏ, ਕਿਉਂਕਿ ਜਿਹੜਾ ਅਰਸਤੂ ਦਾ ਅਨੁਕਰਨ ਸਿਧਾਂਤ ਹੈ ਉਹ ਪਲੈਟੋ ਦੇ ਅਨੁਕਰਨ ਸਿਧਾਂਤ ਦੇ ਜਵਾਬ ਦੇ ਰੂਪ ਦੇ ਵਿੱਚ ਹੋਂਦ ਵਿੱਚ ਆਇਆ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਅਰਸਤੂ ਨੇ ਪਲੈਟੋ ਦੇ ਅਨੁਕਰਨ ਸਿਧਾਂਤ ਦਾ ਜਵਾਬ ਦੇਣ ਦੇ ਲਈ ਇਹ ਸਿਧਾਂਤ ਘੜਿਆ ਸੀ। ਤਾਂ ਪਲੈਟੋ ਸਭ ਤੋਂ ਪਹਿਲਾਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਲੈਟੋ ਕਲਾ ਨੂੰ ਬਹੁਤ ਚੰਗੀ ਚੀਜ਼ ਨਹੀਂ ਮੰਨਦੇ ਸੀ। ਉਹ ਕੀ ਕਹਿੰਦੇ ਸੀ ਕਿ ਕਲਾ ਜਿਹੜੀ ਹੈ ਉਹ ਕੋਰੀ ਨਕਲ ਹੁੰਦੀ ਹੈ, ਇਹ ਅਸਲੀਅਤ ਤੋਂ ਬਹੁਤ ਦੂਰ ਹੁੰਦੀ ਹੈ। ਉਹ ਕਹਿੰਦੇ ਸੀ ਕਿ ਕਲਾ ਤੀਜੇ ਨੰਬਰ ਦੀ ਕੋਈ ਰਚਨਾ ਹੁੰਦੀ ਹੈ। ਜਿਸ ਤਰ੍ਹਾਂ ਉਹ ਕਹਿੰਦੇ ਸੀ ਕਿ ਸਭ ਤੋਂ ਪਹਿਲਾਂ ਤਾਂ ਇੱਕ ਪਰਮਾਤਮਾ ਹੈ ਜਿਹੜਾ ਸਾਨੂੰ ਨਹੀਂ ਦਿਖਦਾ, ਅਦਿੱਖ ਹੈ, ਉਹ ਪੂਰਨ ਸੱਚ ਹੈ, ਅਤੇ ਉਸ ਦੀ ਨਕਲ ਕਰਕੇ ਜਿਹੜੀ ਇਹ ਸਾਰੀ ਸ੍ਰਿਸ਼ਟੀ ਸਾਡੇ ਸਾਹਮਣੇ ਦਿਸ ਰਹੀ ਹੈ ਉਹ ਬਣੀ ਹੈ। ਜਿਸ ਤਰ੍ਹਾਂ ਪੇੜ ਪੌਦੇ, ਮਨੁੱਖ, ਜਾਂ ਜਿੰਨੀਆਂ ਵੀ ਵਸਤੂਆਂ ਸਾਨੂੰ ਦਿਸਦੀਆਂ ਪ੍ਰਕਿਰਤੀ ਦੇ ਵਿੱਚ। ਅਤੇ ਕਹਿੰਦੇ ਕਿ ਤੀਸਰੇ ਨੰਬਰ 'ਤੇ ਜਿਹੜਾ ਕਵੀ ਹੈ ਜਾਂ ਕਲਾਕਾਰ ਹੈ ਉਹ ਇਸ ਪ੍ਰਕਿਰਤੀ ਦੀ ਨਕਲ ਕਰਕੇ ਹੀ ਰਚਨਾ ਕਰਦਾ ਹੈ। ਇਸ ਲਈ ਵੀ ਕਲਾ ਸਿਰਫ ਇੱਕ ਨਕਲ ਹੁੰਦੀ ਹੈ, ਇਸ ਨੂੰ ਬੜਾ ਸੀਰੀਅਸ ਨਹੀਂ ਲੈਣਾ ਚਾਹੀਦਾ। ਅਤੇ ਨਾਲ ਦੀ ਨਾਲ ਉਹ ਕਹਿੰਦਾ ਸੀਗਾ ਕਿ ਕਿਉਂਕਿ ਪਲੈਟੋ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਆਪਣੀ ਰਿਪਬਲਿਕ ਨਾਮ ਦੇ ਗ੍ਰੰਥ ਦੇ ਵਿੱਚ ਉਸਨੇ ਲਿਖਿਆ ਸੀ ਕਿ ਕਿਸੇ ਦੇਸ਼ ਦੇ ਵਿੱਚ, ਕਿਸੇ ਗਣਰਾਜ ਦੇ ਵਿੱਚ ਕਵੀਆਂ, ਸਾਹਿਤਕਾਰਾਂ ਨੂੰ ਤਾਂ ਹੋਣਾ ਹੀ ਨਹੀਂ ਚਾਹੀਦਾ, ਇਹਨਾਂ ਨੂੰ ਬਾਹਰ ਚੱਕ ਕੇ ਛੱਡ ਆਉਣਾ ਚਾਹੀਦਾ। ਤਾਂ ਇਸ ਤਰ੍ਹਾਂ ਉਹ ਬਿਲਕੁਲ ਭੰਡੀ ਪ੍ਰਚਾਰ ਇਸ ਦੇ ਬਾਰੇ ਕਰਦੇ ਸੀ। ਅਤੇ ਉਹ ਇਹ ਵੀ ਕਹਿੰਦੇ ਸੀ ਕਿ ਅਨੁਕਰਨਕਰਤਾ ਨੂੰ ਤਾਂ ਵਸਤੂ ਬਾਰੇ ਪੂਰੀ ਜਾਣਕਾਰੀ ਹੀ ਨਹੀਂ ਹੁੰਦੀ। ਜਿਵੇਂ ਮੈਂ ਤੁਹਾਡੇ ਸਾਹਮਣੇ ਵੀ ਲਿਖਿਆ ਕਿ ਪਲੈਟੋ ਅਨੁਕ੍ਰਿਤ ਨੂੰ ਤੀਜੇ ਦਰਜੇ ਦੀ ਵਸਤੂ ਮੰਨਦਾ ਹੈ, ਕਿ ਅਨੁਕਰਨ ਨੂੰ ਇੱਕ ਖੇਡ ਮੰਨਦਾ ਹੈ। ਉਸ ਦੇ ਮੁਤਾਬਕ ਦੁਨੀਆ ਦੀ ਹਰੇਕ ਕਲਾ ਯਥਾਰਥ ਦੀ ਕਲਾਤਮਕ ਨਕਲ ਹੈ। ਤੁਸੀਂ ਇਸ ਨੂੰ ਇੱਕ ਉਦਾਹਰਨ ਨਾਲ ਸਮਝ ਸਕਦੇ ਹੋ। ਜਿਸ ਤਰ੍ਹਾਂ ਕਿ ਜ਼ਰੂਰੀ ਨਹੀਂ ਕਿ ਮੈਂ ਹਰ ਉਦਾਹਰਨ ਪੇਜ ਦੇ ਸਾਹਮਣੇ ਲਿਖਾਂ ਹੀ, ਤੁਸੀਂ ਬਹੁਤ ਧਿਆਨ ਦੇ ਨਾਲ ਵੀ ਵੀਡੀਓ ਨੂੰ ਸੁਣਨਾ ਹੈ। ਇਸ ਤਰ੍ਹਾਂ ਮੈਂ ਉਦਾਹਰਨ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ ਕਿ ਮੰਨ ਲਓ ਕੋਈ ਇੱਕ ਤਰਖਾਣ ਹੈ, ਤਾਂ ਉਸਦੇ ਮਨ ਦੇ ਵਿੱਚ ਕੋਈ ਮੇਜ਼ ਬਣਾਉਣ ਬਾਰੇ ਕੋਈ ਆਈਡੀਆ ਆਇਆ ਹੈ। ਤਾਂ ਸਭ ਤੋਂ ਪਹਿਲਾਂ ਉਸਦੇ ਮਨ ਦੇ ਵਿੱਚ ਇਹ ਗੱਲ ਆਈ ਹੈ, ਤਾਂ ਫਿਰ ਉਸਨੇ ਉਸ ਮੇਜ਼ ਨੂੰ ਲੱਕੜ ਦੇ ਨਾਲ ਬਣਾ ਦਿੱਤਾ। ਅਤੇ ਫਿਰ ਜਦੋਂ ਉਸਨੂੰ ਤੀਜੇ ਨੰਬਰ 'ਤੇ ਕਿਸੇ ਚਿੱਤਰਕਾਰ ਨੇ ਦੇਖਿਆ
ਤਾਂ ਉਸਨੂੰ ਉਹ ਮੇਜ਼ ਬਹੁਤ ਸੋਹਣਾ ਲੱਗਿਆ ਤਾਂ ਉਸਨੇ ਚਿੱਤਰ ਉਸਦਾ ਬਣਾ ਦਿੱਤਾ। ਤਾਂ ਇਸ ਤਰ੍ਹਾਂ ਪਲੈਟੋ ਕਹਿੰਦਾ ਕਿ ਉਹ ਤੀਜੇ ਨੰਬਰ ਵਾਲਾ ਜਿਹੜਾ ਚਿੱਤਰ ਹੈ ਉਹ ਕੋਈ ਬਹੁਤ ਉਪਯੋਗੀ ਗੱਲ ਨਹੀਂ ਹੈਗੀ, ਕਿਉਂਕਿ ਉਹ ਤਾਂ ਤੀਜੇ ਨੰਬਰ 'ਤੇ ਚਲਾ ਗਿਆ। ਅਤੇ ਉਸਨੇ ਆਪਣੇ ਰਿਪਬਲਿਕ ਗ੍ਰੰਥ ਦੇ ਵਿੱਚ ਵੀ ਲਿਖਿਆ ਹੈ ਕਿ ਆਰਟ ਇਜ਼ ਟਵਾਈਸ ਰਿਮੂਵਡ ਫਰੋਮ ਰਿਐਲਿਟੀ। ਕਈ ਥਾਵਾਂ 'ਤੇ ਇੱਥੇ ਥਰਾਈਸ ਲਿਖਿਆ ਵੀ ਮਿਲਦਾ ਹੈ ਕਿ ਤੀਜੇ ਨੰਬਰ 'ਤੇ ਹੈ, ਕਈ ਥਾਵਾਂ 'ਤੇ ਦੂਜੇ ਨੰਬਰ 'ਤੇ ਲਿਖਿਆ ਮਿਲਦਾ ਹੈ, ਪਰ ਤੁਸੀਂ ਇਸ ਨੂੰ ਇਹ ਤੀਸਰੇ ਨੰਬਰ ਵਾਲਾ ਮੰਨ ਕੇ ਚੱਲਣਾ ਹੈ। ਅਤੇ ਉਹਨੇ ਕਿਹਾ ਸੀ ਕਿ ਇਹ ਸ਼ੈਡੋ ਆਫ ਸ਼ੈਡੋ ਆ, ਕਹਿੰਦੇ ਕਿ ਜੋ ਪਰਮਾਤਮਾ ਹੈ ਉਹ ਕਹਿੰਦਾ ਸੀ ਉਸਨੇ ਤਾਂ ਉਸਦੇ ਪਰਛਾਵੇਂ ਦੇ ਰੂਪ ਦਾ ਵਿੱਚ ਇਹ ਪ੍ਰਕਿਰਤੀ ਬਣੀ ਹੈ, ਅਤੇ ਇਸ ਪ੍ਰਕਿਰਤੀ ਦੀ ਗਾਂ ਨਕਲ ਕਰਕੇ ਜਿਹੜਾ ਕਲਾਕਾਰ ਹੈ ਜਾਂ ਕਵੀ ਹੈ ਉਹ ਆਪਣੀ ਕਵਿਤਾ ਲਿਖਦਾ, ਇਸ ਲਈ ਉਹਦੀ ਕੋਈ ਮਤਲਬ ਨਹੀਂ ਹੈਗਾ। ਅਤੇ ਉਹ ਪੋਇਟਰੀ ਨੂੰ ਕਹਿੰਦਾ ਸੀ ਮਦਰ ਆਫ ਲਾਈਜ਼, ਕਿ ਇਹ ਝੂਠਾਂ ਦੀ ਮਾਂ ਹੈ। ਪਰ ਅਰਸਤੂ ਜਿਹੜੇ ਕਿ ਉਹਨਾਂ ਤੋਂ ਬਹੁਤ ਸਿੱਖਦੇ ਵੀ ਸੀ, ਪਰ ਫਿਰ ਵੀ ਉਹਨਾਂ ਦੀ ਗੱਲ ਨੂੰ ਜ਼ਰੂਰੀ ਨਹੀਂ ਕਿ ਉਹ ਮੰਨਦੇ ਸੀ। ਇੱਕ ਚੰਗੇ ਵਿਦਿਆਰਥੀ ਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਉਹ ਹਰੇਕ ਗੱਲ ਨੂੰ ਅੱਖਾਂ ਮੀਚ ਕੇ ਮੰਨੇ ਨਾ। ਜਿਵੇਂ ਭਗਤ ਸਿੰਘ ਵੀ ਕਹਿੰਦੇ ਸੀਗੇ ਕਿ ਕਿਤਾਬ ਨੂੰ ਤੁਸੀਂ ਪੜ੍ਹ ਕੇ ਰੱਖਣਾ ਨਹੀਂ ਹੈਗਾ, ਬਲਕਿ ਕਿਤਾਬ ਦੇ ਵਿੱਚੋਂ ਤੁਹਾਡੇ ਮਨ 'ਚ ਸਵਾਲ ਆਉਣੇ ਚਾਹੀਦੇ ਆ। ਬਿਲਕੁਲ ਉਸੇ ਤਰ੍ਹਾਂ ਅਰਸਤੂ ਦੇ ਮਨ ਦੇ ਵਿੱਚ ਵੀ ਸਵਾਲ ਆਏ ਅਤੇ ਉਸ ਨੇ ਪਲੈਟੋ ਨੂੰ ਇਸ ਗੱਲ ਦਾ ਜਵਾਬ ਦਿੱਤਾ ਸੀ। ਕੀ ਜਵਾਬ ਦਿੱਤਾ ਸੀ ਅਸੀਂ ਅਗਲੇ ਹਿੱਸੇ ਵਿੱਚ ਜਾਣਦੇ ਹਾਂ। ਤਾਂ ਉਹਨਾਂ ਨੇ ਕਿਹਾ ਸੀ ਕਿ ਕਾਵ ਸੱਤ ਅਤੇ ਵਸਤੂ ਸੱਚ ਵਿਚਲੇ ਅੰਤਰ ਨੂੰ ਸਪਸ਼ਟ ਕਰਦਿਆਂ ਇਹ ਸਿੱਧ ਕਰ ਦਿੱਤਾ ਸੀ ਕਿ ਕਵੀ ਦੁਆਰਾ ਪੇਸ਼ ਕੀਤਾ ਗਿਆ ਸੱਚ ਵਧੇਰੇ ਮਹੱਤਵਪੂਰਨ ਹੁੰਦਾ ਹੈ। ਉਹ ਕਹਿੰਦਾ ਕਿ ਭਲਾ ਕਵੀ ਅਤੇ ਸਾਹਿਤਕਾਰ ਪ੍ਰਕਿਰਤੀ ਦੀ ਨਕਲ ਕਰਦੇ ਹੈ, ਪਰ ਉਹ ਨਕਲ ਹੂ ਬਹੂ ਨਕਲ ਨਹੀਂ ਹੁੰਦੀ, ਜਾਂ ਉਸ ਨੂੰ ਅਸੀਂ ਨਕਾਰ ਨਹੀਂ ਸਕਦੇ, ਕਿਉਂਕਿ ਜਿਹੜਾ ਕਵੀ ਹੈ ਉਹ ਉਸ ਸੱਚ ਨੂੰ ਬਹੁਤ ਕਲਾਤਮਕ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਉਹ ਉਸ ਨੂੰ ਸਮਾਜ ਦੀ ਭਲਾਈ ਦੇ ਲਈ ਪੇਸ਼ ਕਰਦਾ ਹੈ, ਉਸ ਦੇ ਵਿੱਚ ਉਹਦੀ ਸਿਰਜਣਾ ਖੁਦ ਦੀ ਸ਼ਾਮਲ ਹੁੰਦੀ ਹੈ। ਕਿ ਕਈ ਵਾਰੀ ਇੰਝ ਹੁੰਦਾ ਕਿ ਅਸੀਂ ਕਿਤੇ ਜਾਂਦੇ ਹਾਂ, ਕਿਸੇ ਮੰਨ ਲਓ ਤੁਸੀਂ ਸ਼ਿਮਲੇ ਹੀ ਜਾਂਦੇ ਹੋ, ਤਾਂ ਤੁਹਾਨੂੰ ਉੱਥੋਂ ਦੇ ਦ੍ਰਿਸ਼ ਜਿਹੜੇ ਆ ਉਹ ਬਹੁਤ ਚੰਗੇ ਨਹੀਂ ਲੱਗੇ, ਜਾਂ ਤੁਹਾਨੂੰ ਠੰਡ ਲੱਗਦੀ ਰਹੀ, ਤੁਹਾਡੇ ਮੌਸਮ ਰਾਸ ਨਹੀਂ ਆਇਆ, ਪਰ ਤੁਸੀਂ ਸ਼ਿਮਲੇ ਬਾਰੇ ਕੋਈ ਕਵਿਤਾ ਲਿਖੀ ਹੋਈ ਪੜ੍ਹ ਲੈਂਦੇ ਹੋ ਤਾਂ ਉਹ ਤੁਹਾਨੂੰ ਬਹੁਤ ਪਸੰਦ ਆਉਂਦੀ ਹੈ। ਤਾਂ ਇਹਦਾ ਕਾਰਨ ਇਹੀ ਹੈ ਕਿ ਉਹਦੇ ਵਿੱਚ ਕਵੀ ਦੀ ਸਿਰਜਣਾ ਸ਼ਾਮਲ ਹੈ। ਕਵੀ ਨੇ ਕਿੰਨੀ ਸੋਹਣੀ ਭਾਸ਼ਾ ਵਰਤੀ ਹੈ, ਕਵੀ ਨੇ ਸ਼ਿਮਲੇ ਬਾਰੇ ਕੁਝ ਵੱਖਰੇ ਤੱਤ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਜਿਹੜੇ ਕਿ ਤੁਹਾਨੂੰ ਆਪ ਜਾ ਕੇ ਨਹੀਂ ਦਿਸੇ ਸੀ। ਇਸ ਕਰਕੇ ਜਿਹੜਾ ਕਵੀ ਦਾ ਕੀਤਾ ਹੋਇਆ ਅਨੁਕਰਨ ਹੈ ਉਹ ਬਹੁਤ ਜ਼ਿਆਦਾ ਸਿਰਜਣਸ਼ੀਲ ਹੈ, ਤਾਂ ਉਹ ਨਕਾਰਨਯੋਗ ਨਹੀਂ ਹੈ। ਬਿਲਕੁਲ ਇਹੀ ਗੱਲ ਅਰਸਤੂ ਨੇ ਕਹੀ ਹੈ। ਤਾਂ ਅਰਸਤੂ ਕਹਿੰਦਾ ਸੀ ਕਿ ਕਵੀ ਅਤੇ ਇਤਿਹਾਸਕਾਰ ਦੇ ਵਿੱਚ ਫਰਕ ਹੁੰਦਾ ਹੈ। ਕਹਿੰਦੇ ਇਤਿਹਾਸਕਾਰ ਨੇ ਜਿਵੇਂ ਸਿੱਧਾ ਸਿੱਧਾ ਸਾਨੂੰ ਦੱਸਣਾ ਹੁੰਦਾ ਜੋ ਵਾਪਰ ਚੁੱਕਿਆ ਦੁਨੀਆ 'ਤੇ, ਪਰ ਕਵੀ ਕੀ ਦੱਸਦਾ ਜੋ ਵਾਪਰ ਸਕਦਾ ਹੈ ਜਾਂ ਜੋ ਵਾਪਰਨਾ ਚਾਹੀਦਾ ਹੈ। ਮੰਨ ਲਓ ਕਿਸੇ ਇਤਿਹਾਸਕਾਰ ਨੇ 1947 ਦੀ ਘਟਨਾ ਨੂੰ ਸਿੱਧਾ ਪੇਸ਼ ਕਰਨਾ ਸਾਡੇ ਸਾਹਮਣੇ, ਤਾਂ ਉਹ ਸਾਨੂੰ ਲਾਸ਼ਾਂ ਦੀ ਗਿਣਤੀ ਦੱਸ ਦੇਣਗੇ ਜਾਂ ਇਹ ਦੱਸ ਦੇਣਗੇ ਕਿ ਦੋਨੇ ਪਾਸੇ ਦੰਗੇ ਹੋ ਰਹੇ ਸੀ, ਕਤਲੇਆਮ ਹੋ ਰਿਹਾ ਸੀ। ਪਰ ਇਸੇ ਤਰ੍ਹਾਂ ਇਸੇ ਟੌਪਿਕ ਦੇ ਨਾਲ ਸੰਬੰਧਿਤ ਜਦੋਂ ਅਸੀਂ ਕਿਸੇ ਕਵੀ ਦੀ ਰਚਨਾ ਪੜ੍ਹਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਵਿਰਾਗ ਵੀ ਆਉਂਦਾ ਹੈ, ਸਾਡੇ ਮਨ ਦੇ ਵਿੱਚ ਗੁੱਸਾ ਵੀ ਆਉਂਦਾ, ਅਤੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਵੀ ਕਰਦੇ ਹਾਂ, ਉਹਨਾਂ ਲੋਕਾਂ ਨੂੰ ਯਾਦ ਵੀ ਕਰਦੇ ਹਾਂ। ਤਾਂ ਇਹਦਾ ਮਤਲਬ ਉਹਦੇ ਵਿੱਚ ਕਵੀ ਨੇ ਆਪਣੀ ਬਹੁਤ ਸਾਰੀ ਕਲਪਨਾ ਵੀ ਜੋੜੀ ਹੁੰਦੀ ਹੈ, ਜਿਸ ਕਰਕੇ ਅਸੀਂ ਉਸ ਕਵਿਤਾ ਦੇ ਨਾਲ ਜੁੜ ਜਾਂਦੇ ਹਾਂ। ਜਿਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੈ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤਾਂ ਉਹਦੇ ਵਿੱਚ ਅੰਮ੍ਰਿਤਾ ਪ੍ਰੀਤਮ ਜੋ ਵਾਪਰ ਸਕਦਾ ਹੈ ਉਹਦੀ ਗੱਲ ਕਰਦੀ ਹੈ। ਉਹ ਚਾਹੁੰਦੀ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਉੱਠ ਖੜੇ, ਜਿਸ ਤਰ੍ਹਾਂ ਉਸਨੇ ਹੀਰ ਦੇ ਲਈ ਹਾਂ ਦਾ ਨਾਅਰਾ ਮਾਰਿਆ ਸੀ, ਬਿਲਕੁਲ ਉਸੇ ਤਰ੍ਹਾਂ ਜਿਹੜੀਆਂ ਧੀਆਂ ਅੱਜ ਪਰੇਸ਼ਾਨ ਹੋ ਰਹੀਆਂ ਉਸ ਦੇ ਲਈ ਵੀ ਉਹ ਹਾਂ ਦਾ ਨਾਅਰਾ ਉੱਠ ਕੇ ਮਾਰੇ। ਤਾਂ ਇਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਨੇ 1947 ਦੇ ਵਾਕਿਆ ਦੀ ਜਿਹੜੀ ਨਕਲ ਕੀਤੀ ਹੈ, ਜਿਹੜਾ ਅਨੁਕਰਨ ਕੀਤਾ ਹੈ, ਉਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਸਾਡੇ ਲੋਕਾਂ ਦੇ ਮਨ ਦੇ ਵਿੱਚ ਵਿਰਾਗ ਪੈਦਾ ਕਰਦਾ ਹੈ ਅਤੇ ਸਾਨੂੰ ਉਸ ਦੁੱਖ ਦਰਦ ਦੀ ਅਹਿਸਾਸ ਹੁੰਦਾ ਸਾਨੂੰ। ਅਤੇ ਉਹਦੇ ਵਿੱਚ ਜਿਹੜਾ ਕਵੀ ਨਕਲ ਕਰਦਾ ਹੈ ਤਾਂ ਉਹਦੇ ਵਿੱਚ ਇੱਕ ਦਾਰਸ਼ਨਿਕ ਸੱਚ ਲੁਕਿਆ ਹੁੰਦਾ ਹੈ। ਠੀਕ ਹੈ, ਤਾਂ ਜਿਹੜਾ ਇਤਿਹਾਸ ਹੈ ਕਰਦੇ ਤਾਂ ਇਤਿਹਾਸਕਾਰ ਵੀ ਨਕਲ ਹੈ, ਪਰ ਉਹਦੇ ਵਿੱਚ ਸਿਰਫ ਜਾਣਕਾਰੀ ਲਈ ਗੱਲਾਂ ਸਾਡੇ ਕੋਲੇ ਹੁੰਦੀਆਂ। ਉਸ ਤਰ੍ਹਾਂ ਫਿਰ ਅਰਸਤੂ ਕਹਿੰਦਾ ਹੈ ਕਿ ਜਿਹੜੇ ਕਵੀ ਜਾਂ ਕਲਾਕਾਰ ਸੱਚ ਪੇਸ਼ ਕਰਦੇ ਉਹ ਸਰਵ ਵਿਆਪੀ ਸੱਚ ਹੁੰਦੇ ਆ, ਕਿਉਂਕਿ ਜਿਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਆਪਣੀ ਕਵਿਤਾ ਦੇ ਵਿੱਚ ਕਹਿ ਰਹੀ ਹੈ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਤਾਂ ਅਸਲ ਦੇ ਵਿੱਚ ਉਸ ਦੀ ਕਵਿਤਾ ਪੂਰੀ ਦੁਨੀਆ ਦੇ ਲਈ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਦੇਸ਼ਾਂ ਦੀ ਮੰਨ ਲਓ ਵੰਡ ਹੋਵੇ ਤਾਂ ਉੱਥੇ ਧੀਆਂ ਦੀ ਇਸ ਤਰ੍ਹਾਂ ਕੁਪੱਤ ਨਹੀਂ ਹੋਣੀ ਚਾਹੀਦੀ। ਤਾਂ ਉਹ ਸਿਰਫ ਪੰਜਾਬ ਦੀਆਂ ਧੀਆਂ ਲਈ ਦਰਦ ਨਹੀਂ ਹੈ, ਉਹ ਪੂਰੇ ਸੰਸਾਰ ਦੀਆਂ ਧੀਆਂ ਦੇ ਲਈ ਵੀ ਦਰਦ ਬਣ ਜਾਂਦਾ ਹੈ। ਪਰ ਇਤਿਹਾਸਕਾਰ ਜਿਹੜੇ ਸਿੱਧੀ ਸਿੱਧੀ ਨਕਲ ਕਰਦੇ ਆ ਉਹ ਸਿਰਫ ਕਿਸੇ ਵਿਸ਼ੇਸ਼ ਖੇਤਰ ਦੇ ਲਈ ਹੀ ਜਾਣਕਾਰੀ ਸਾਡੇ ਸਾਹਮਣੇ ਪੇਸ਼ ਕਰਦੇ ਆ। ਤਾਂ ਇਸ ਲਈ ਜਿਹੜਾ ਸਰਬ ਸਾਂਝਾ ਸੱਚ ਹੁੰਦਾ ਹੈ, ਜਿਹੜਾ ਕਿ ਦੁਨੀਆ ਦੇ ਵਿੱਚ ਕਿਤੇ ਵੀ ਅਪਲਾਈ ਹੋ ਸਕਦਾ ਹੈ,
ਉਹ ਵਸਤੂ ਵਾਲੇ ਸੱਚ ਨਾਲੋਂ ਵਧੇਰੇ ਮਹੱਤਵਪੂਰਨ ਹੁੰਦਾ ਹੈ, ਮਤਲਬ ਇਤਿਹਾਸਕਾਰ ਵਾਲੇ ਸੱਚ ਨਾਲੋਂ ਵਧੇਰੇ ਮਹੱਤਵਪੂਰਨ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਕਿ ਅਰਸਤੂ ਨੇ 2 ਤਰ੍ਹਾਂ ਦੇ ਸੱਚ ਦੀ ਗੱਲ ਕੀਤੀ ਹੈ, ਇੱਕ ਸਰਵ ਸਾਂਝਾ ਸੱਚ ਜਿਸ ਨੂੰ ਸਰਵ ਵਿਆਪੀ ਸੱਚ ਵੀ ਕਹਿੰਦੇ ਆ, ਤੇ ਦੂਸਰਾ ਵਸਤੂ ਸੱਚ ਜਿਹੜਾ ਕਿ ਪਰਟੀਕੂਲਰ ਕਿਸੇ ਵਿਸ਼ੇਸ਼ ਵਿਅਕਤੀ ਦੇ ਲਈ ਹੁੰਦਾ ਹੈ। ਤਾਂ ਅਨੁਕਰਨ ਜਿਹੜਾ ਹੈ ਉਹ ਦੱਸਦੇ ਸੀ ਕਿ ਅਨੁਕਰਨ ਇੱਕ ਖੂਬਸੂਰਤ ਸੱਚ ਹੈ ਕਿ ਭਾਵੇਂ ਕਵੀ ਨੇ ਨਕਲ ਹੀ ਕੀਤੀ ਹੈ ਪਰ ਉਹ ਨਕਲ ਬਹੁਤ ਖੂਬਸੂਰਤ ਹੈ, ਉਸ ਦੀ ਸਾਹਿਤ ਨੂੰ, ਉਸ ਦੀ ਸਮਾਜ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਤੇ ਕਵੀ ਦੀ ਰਚਨਾ 'ਚ ਉਹ ਕਹਿੰਦਾ 3 ਪੱਖ ਹੁੰਦੇ ਆ, ਜਿਸ ਤਰ੍ਹਾਂ ਪਲੈਟੋ ਨੇ ਤਾਂ ਸਿੱਧਾ ਸਿੱਧਾ ਨਕਾਰਤਾ ਕਿ ਕਵੀ ਨੂੰ ਸਿਰਫ ਬਾਹਰ ਛੱਡਿਆ ਆਉਣਾ ਚਾਹੀਦਾ, ਦੇਸ਼ 'ਚੋਂ ਭਜਾ ਦੇਣਾ ਚਾਹੀਦਾ, ਕਿਉਂਕਿ ਇਹ ਤਾਂ ਸਿਰਫ ਨਕਲ ਕਰਦੇ ਆ, ਇਸ ਐਵੇਂ ਜਬਲੀਆਂ ਮਾਰਦੇ, ਉਹਦਾ ਕਹਿਣ ਦਾ ਇਹੀ ਭਾਵ ਸੀ। ਪਰ ਜਿਹੜਾ ਅਰਸਤੂ ਹੈ ਉਹ ਕਹਿੰਦਾ ਬਾਬਾ ਜੀ ਅਨੁਕਰਨ ਖੂਬਸੂਰਤ ਸੱਚ ਹੁੰਦਾ ਹੈ, ਸਾਨੂੰ ਇਸ ਤਰ੍ਹਾਂ ਦੇ ਅਨੁਕਰਨ ਦੀ ਲੋੜ ਹੈ। ਦੇਖੋ ਅਸੀਂ ਅੱਜ ਬਹੁਤ ਸਾਰੀਆਂ ਕਾਢਾਂ ਦੇਖ ਰਹੇ ਹਾਂ, ਮੋਬਾਈਲ ਫੋਨ ਦੇਖ ਰਹੇ ਹਾਂ, ਸਾਡੇ ਬਜ਼ੁਰਗਾਂ ਨੇ ਕਦੇ ਇਸ ਤਰ੍ਹਾਂ ਸੋਚਿਆ ਨਹੀਂ ਹੋਊਗਾ ਕਿ ਅਸੀਂ ਕਿਸੇ ਵੀਡੀਓ ਕਾਲ 'ਤੇ ਵੀ ਗੱਲ ਕਰ ਸਕਾਂਗੇ, ਵੀ ਸਾਡੇ ਸਾਹਮਣੇ ਇੰਨੀ ਦੂਰ ਬੈਠਾ ਬੰਦਾ ਸਾਡੇ ਸਾਹਮਣੇ ਉਸਦੀ ਫੋਟੋ ਆ ਜਾਊਗੀ। ਅਸਲ 'ਚ ਪਹਿਲਾਂ ਕਿਸੇ ਸਾਇੰਟਿਸਟ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇਮੈਜੀਨੇਸ਼ਨ ਹੀ ਆਈ ਹੋਊਗੀ, ਫਿਰ ਉਸ ਇਮੈਜੀਨੇਸ਼ਨ ਦੀ, ਉਸ ਕਲਪਨਾ ਦੀ ਉਸਨੇ ਨਕਲ ਕੀਤੀ ਹੋਊਗੀ, ਤਾਂ ਉਹ ਕਿੰਨੀ ਖੂਬਸੂਰਤ ਗੱਲ ਸਾਡੇ ਸਾਹਮਣੇ ਉੱਭਰ ਕੇ ਆ ਗਈ ਹੈ। ਤਾਂ ਇਸੇ ਤਰ੍ਹਾਂ ਜਿਹੜੀ ਨਾਵਲ ਕਹਾਣੀਆਂ ਲਿਖੇ ਜਾਂਦੇ ਆ, ਜਿਨ੍ਹਾਂ 'ਤੇ ਮੂਵੀਜ਼ ਵੀ ਬਣਦੀਆਂ, ਉਹ ਸਾਡੇ ਸਮਾਜ ਨੂੰ ਸੁਧਾਰਨ ਦੇ ਵਿੱਚ, ਭਲਾ ਕਿ ਕੁਝ ਵਿਗਾੜਨ ਦੇ ਵਿੱਚ ਵੀ ਯੋਗਦਾਨ ਪਾਉਂਦੀਆਂ, ਪਰ ਅਸੀਂ ਚੰਗੀਆਂ ਚੀਜ਼ਾਂ ਦੀ ਗੱਲ ਕਰਾਂਗੇ ਤਾਂ ਉਸ ਦਾ ਕਿੰਨਾ ਫਾਇਦਾ ਹੈ। ਤਾਂ ਇਮੈਜੀਨੇਸ਼ਨ ਨੂੰ ਵਰਤਣਾ ਵੀ ਬਹੁਤ ਜ਼ਰੂਰੀ ਹੈ। ਤਾਂ ਉਹ ਕਹਿੰਦੇ ਕਿ ਕਵੀ ਦੀ ਰਚਨਾ ਦੇ ਵਿੱਚ 3 ਪੱਖ ਹੁੰਦੇ ਆ, ਇਹ ਨਹੀਂ ਕਿ ਸਿੱਧਾ ਸਿੱਧਾ ਨਕਲ ਹੀ ਕਰ ਦਿੰਦਾ, ਬਲਕਿ ਉਹ 3 ਚੀਜ਼ਾਂ ਦਿਖਾਉਂਦਾ। ਇੱਕ ਤਾਂ ਸਥਿਤੀ ਕਿਹੋ ਜਿਹੀ ਹੈ, ਦੂਜਾ ਸਥਿਤੀ ਕਿਹੋ ਜਿਹੀ ਸਮਝ ਆ ਰਹੀ ਹੈ, ਤੀਜਾ ਸਥਿਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਸਥਿਤੀ ਕਿਹੋ ਜਿਹੀ ਹੈ ਤਾਂ ਮਤਲਬ ਜੋ ਉਹਦੇ ਸਾਹਮਣੇ ਵਾਪਰ ਰਿਹਾ ਉਸ ਬਾਰੇ ਉਸਨੇ ਦੱਸਤਾ, ਕਿਹੋ ਜਿਹੀ ਸਮਝ ਆ ਰਹੀ ਹੈ ਤਾਂ ਮਤਲਬ ਕਿ ਕਵੀ ਉਹਦੇ ਬਾਰੇ ਕੀ ਸੋਚਦਾ ਹੈ, ਤਾਂ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਕਹਿਣ ਦਾ ਭਾਵ ਕਵੀ ਆਪਣੇ ਆਪ ਵਿਚਾਰ ਵੀ ਵਿੱਚ ਰਲਾਊਗਾ ਕਿ ਇਸ ਸਥਿਤੀ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ। ਤੇ ਅਨੁਕਰਨ ਫਿਰ ਉਹ ਐਂਡ ਤੇ ਕਹਿੰਦਾ ਹੈ ਕਿ ਅਨੁਕਰਨ ਆਨੰਦਦਾਇਕ ਹੁੰਦਾ ਹੈ ਕਿਉਂਕਿ ਜਿਹੜਾ ਕਲਾਕਾਰ ਹੈ ਉਹਦਾ ਦ੍ਰਿਸ਼ਟੀਕੋਣ ਵੀ ਵਿੱਚ ਸ਼ਾਮਲ ਹੋ ਜਾਂਦਾ ਹੈ। ਕਈ ਵਾਰੀ ਵਸਤੂ ਇੰਨੀ ਖੂਬਸੂਰਤ ਵੀ ਨਹੀਂ ਹੁੰਦੀ ਜਿੰਨੀ ਰਚਨਾ ਵਿੱਚ ਦਿਸਦੀ ਹੈ, ਜਿਵੇਂ ਕਿ ਅਸੀਂ ਪਿੱਛੇ ਗੱਲ ਕੀਤੀ ਆ। ਤਾਂ ਅਸੀਂ ਫਿਰ ਸਿੱਟੇ ਤੇ ਪਹੁੰਚਦੇ ਹਾਂ। ਸਿੱਟਾ ਕੀ ਨਿਕਲਿਆ ਕਿ ਕਲਾ ਸਿਰਫ ਨਕਲ ਨਹੀਂ ਹੈਗੀ, ਬਲਕਿ ਕਲਾ ਸੱਚ ਦਾ ਪੁਨਰ ਸਿਰਜਣ ਹੈ, ਕਿ ਜਿਹੜਾ ਅਸਲੀ ਸੱਚ ਹੈ ਉਹਦੇ ਨਾਲੋਂ ਵੀ ਵਧੀਆ ਸੱਚ ਕਈ ਵਾਰੀ ਸਾਡੇ ਸਾਹਮਣੇ ਕਵੀ, ਸਾਹਿਤਕਾਰ ਪੇਸ਼ ਕਰ ਦਿੰਦੇ ਆ। ਤੇ ਅਨੁਕਰਨ ਕੀ ਹੈ? ਸਿਰਜਨਾਤਮਕ ਦਰਸ਼ਨ ਦੀ ਇੱਕ ਪ੍ਰਕਿਰਿਆ ਹੈ ਕਿ ਅਨੁਕਰਨ ਦੇ ਵਿੱਚ ਫਿਲਾਸਫੀ ਵੀ ਸ਼ਾਮਲ ਹੋ ਜਾਂਦੀ ਹੈ, ਸਿੱਧਾ ਸਿੱਧਾ ਅਨੁਕਰਨ ਨਕਲ ਨਹੀਂ ਹੁੰਦੀ। ਤਾਂ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਅਨੁਕਰਨ ਬਾਰੇ ਪੂਰੀ ਜਾਣਕਾਰੀ ਹੋਊਗੀ, ਤੁਹਾਨੂੰ ਇਹ ਟੌਪਿਕ ਸਮਝ ਆ ਗਿਆ ਹੋਊਗਾ। ਤੇ ਅੱਗੇ ਅਸੀਂ ਅਰਸਤੂ ਦੇ ਤਰਾਸਦੀ ਦੇ ਸੰਕਲਪ ਬਾਰੇ ਜਲਦੀ ਵੀਡੀਓ ਲੈ ਕੇ ਆਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।